ਜੀ ਆਇਆਂ ਨੂੰ ਖੁਸ਼ਾਮਦੀਦ। ਕਿਸਾਨ ਵੀਰੋ, ਦਿਲੋਂ ਧੰਨਵਾਦੀ ਹਾਂ ਤੁਹਾਡੇ, ਦਿਲੋਂ ਸ਼ੁਕਰਗੁਜ਼ਾਰ ਹਾਂ ਤੁਹਾਡੇ। ਤੁਸੀਂ ਇੰਨਾ ਪਰਵਾਹ ਹੁੰਗਾਰਾ ਦਿੱਤਾ ਕਿ ਮੁੜ ਪਸ਼ੂ ਪਾਲਣ ਨਾਲ ਜੁੜੇ ਤੁਹਾਡੇ ਸਵਾਲਾਂ ਦੇ ਹੱਲ ਲੱਭਣ ਦੀ ਫਿਰਾਕ ਵਿੱਚ ਲੱਗਿਆ। ਪੀਟੀਸੀ ਨਿਊਜ਼ ਦਾ ਖਾਸ ਉਪਰਾਲਾ ਅਸੀਸ ਡੇਅਰੀ ਫਾਰਮ ਹੈਲਪਲਾਈਨ ਦਾ ਸੀਜ਼ਨ 3 ਲੈ ਹਾਜ਼ਰ ਹਾਂ ਮੈਂ। ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ, ਜੋ ਕਿ ਹੈ 8699037369, ਇਸ ਉੱਤੇ ਤੁਸੀਂ ਮਿਸਡ ਕਾਲ ਕੀਤੀ ਜਾਂ WhatsApp ਕੀਤਾ। ਸਾਡੀ ਟੀਮ ਨੇ ਤੁਹਾਡੇ ਨਾਲ ਸੰਪਰਕ ਕੀਤਾ ਅਤੇ ਪਸ਼ੂ ਪਾਲਣ ਨਾਲ ਜੁੜੇ ਤੁਹਾਡੇ ਸਵਾਲ ਜਾਣੇ। ਤੇ ਅੱਜ ਦਾ ਜੋ ਵਿਸ਼ਾ ਹੈ ਬਹੁਤ ਹੀ ਅਹਿਮ ਵਿਸ਼ਾ ਹੈ, ਕਿਸਾਨ ਵੀਰਾਂ ਨਾਲ ਜੁੜਿਆ ਹੋਇਆ ਵਿਸ਼ਾ ਹੈ ਕਿ BCS ਦੀ ਮਹੱਤਤਾ ਡੇਅਰੀ ਪਸ਼ੂਆਂ ਵਿੱਚ, ਜਿਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਅਸੀਸ ਤੋਂ ਡਾਕਟਰ ਸੁਮਿਤ ਸਿੰਘ ਨੇ। ਡਾਕਟਰ ਸਾਹਿਬ ਜੀ ਆਇਆਂ ਨੂੰ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਧੰਨਵਾਦ ਨਿਖਿਲ ਜੀ। ਤੁਸੀਂ ਵੀ ਵਧਾਈ ਦੇ ਪਾਤਰ ਹੋ ਕਿ ਪਿਛਲੇ ਸੀਜ਼ਨ ਦੇ ਵਿੱਚ ਲੋਕਾਂ ਨੇ ਇਸ ਨੂੰ ਬਹੁਤ ਸਰਾਹਿਆ, ਕਿਸਾਨ ਵੀਰਾਂ ਵੱਲੋਂ ਪ੍ਰੋਗਰਾਮ ਬਹੁਤ ਸਰਾਹਿਆ ਗਿਆ, ਸਨਮਾਨਿਤ ਵੀ ਕੀਤਾ ਗਿਆ ਤੇ ਅੱਜ ਅਸੀਂ ਮੁੜ ਤੋਂ ਸੀਜ਼ਨ 3 ਲੈ ਹਾਜ਼ਰ ਹਾਂ। ਤੇ ਪਹਿਲੇ ਸਵਾਲ ਤੇ ਡਾਕਟਰ ਸਾਹਿਬ ਇਹੀ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ BCS ਹੈ ਕੀ ਤੇ ਡੇਅਰੀ ਫਾਰਮਿੰਗ ਦੇ ਵਿੱਚ ਇਸ ਦੀ ਕੀ ਮਹੱਤਤਾ ਹੈ? ਸਭ ਤੋਂ ਪਹਿਲੇ ਕਿਸਾਨ ਵੀਰਾਂ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ। ਅੱਜ ਦਾ ਜਿਹੜਾ ਵਿਸ਼ਾ ਅਸੀਂ ਚੁਣਿਆ BCS ਯਾਨੀ ਬੋਡੀ ਕੰਡੀਸ਼ਨ ਸਕੋਰ, ਐਜ਼ ਏ ਨਿਊਟ੍ਰੀਸ਼ਨਿਸਟ ਇਹ ਜਿਹੜਾ ਵਿਸ਼ਾ ਹੈ ਇਹ ਮੈਨੂੰ ਬਹੁਤ ਦਿਲਚਸਪ ਲੱਗਦਾ ਤੇ ਅਸੀਂ ਆਮ ਤੌਰ ਤੇ ਕਿਸਾਨਾਂ ਨੂੰ ਜਦੋਂ ਮਿਲਦੇ ਹਾਂ ਇਹ ਡਿਸਕਸ ਕਰਦੇ ਰਹਿੰਦੇ ਹਾਂ। ਪਹਿਲੇ ਤਾਂ ਮੈਂ ਦੱਸੂਗਾ BCS ਹੁੰਦਾ ਕੀ ਹੈ। ਜਦੋਂ ਆਪਾਂ ਪੂਰੇ ਤਰੀਕੇ ਨਾਲ ਕਹਿੰਦੇ ਜੀ ਬੋਡੀ ਕੰਡੀਸ਼ਨ ਸਕੋਰ, ਇਹਦੇ ਵਿੱਚ ਕੀ ਹੈ ਕਿ ਇਹ ਅਸੀਂ ਇੱਕ ਟੂਲ ਬਣਾਤਾ ਕਿ ਇਹਦੇ ਰਾਹੀਂ ਸਾਨੂੰ ਪਤਾ ਲੱਗਦਾ ਹੈ ਕਿ ਜੋ ਅਸੀਂ ਰਾਸ਼ਨ ਜਾਂ ਡਾਈਟ ਆਪਣੇ ਪਸ਼ੂ ਨੂੰ ਦੇ ਰਹੇ ਹਾਂ ਉਹ ਬੈਲੈਂਸ ਹੈ ਕਿ ਨਹੀਂ ਹੈ। ਇਹ ਇੱਕ ਮਾਪਦੰਡ ਬਣਾਤਾ ਕਿ ਪਸ਼ੂ ਦੇ ਉੱਤੇ ਬੋਡੀ ਰਿਜ਼ਰਵ ਦੀ ਲੇਅਰ ਕਿੰਨੀ ਹੈ ਜਾਂ ਫੈਟ ਦੀ ਲੇਅਰ ਕਿੰਨੀ ਹੈ। ਅਗਰ ਤੁਹਾਡਾ ਪਸ਼ੂ ਕਮਜ਼ੋਰ ਹੋ ਰਿਹਾ ਹੈ, ਉਹਦੀਆਂ ਹੱਡੀਆਂ ਦਿਖ ਰਹੀਆਂ, ਇਹਦਾ ਮਤਲਬ ਉਹਦਾ BCS ਜਿਹੜਾ ਉਹ ਡਾਊਨ ਜਾ ਰਿਹਾ ਤੇ ਕਿਤੇ ਨਾ ਕਿਤੇ ਤੁਸੀਂ ਆਪਦੇ ਰਾਸ਼ਨ ਦੇ ਵਿੱਚ, ਆਪਦੀ ਡਾਈਟ ਦੇ ਵਿੱਚ ਕੋਈ ਗਲਤੀ ਕਰ ਰਹੇ ਹੋ। ਇਹਦਾ ਜਿਹੜੀ ਮਾਪਦੰਡ ਹੈ ਆਪਾਂ 1 ਤੋਂ ਲੈ ਕੇ 5 ਤੱਕ ਇਹਨੂੰ ਗਿਣਦੇ ਹਾਂ। ਪਰ ਅਗਰ ਵੈਸੇ ਦੇਖਿਆ ਜਾਏ ਤਾਂ ਕਦੇ ਵੀ ਆਪਣੇ ਪਸ਼ੂ ਦਾ ਜਿਹੜਾ BCS 2 ਤੋਂ ਥੱਲੇ ਨਹੀਂ ਹੋਣਾ ਚਾਹੀਦਾ, 4 ਤੇ ਉੱਪਰ ਨਹੀਂ ਹੋਣਾ ਚਾਹੀਦਾ। ਹਮੇਸ਼ਾ 2 ਤੋਂ 4 ਦੀ ਰੇਂਜ ਦੇ ਵਿੱਚ ਹੀ ਜਿਹੜਾ ਪਸ਼ੂ ਦਾ BCS ਹਮੇਸ਼ਾ ਹੀ ਰਹਿਣਾ ਚਾਹੀਦਾ। ਇਹਨੂੰ ਇੱਕ ਇਨਡਾਇਰੈਕਟ ਸਾਨੂੰ ਇੰਡੀਕੇਸ਼ਨ ਦਿੰਦਾ ਹੈ ਕਿ ਸਾਡੇ ਪਸ਼ੂ ਨੂੰ ਜਿਹੜਾ ਆਪਾਂ ਰਾਸ਼ਨ ਦੇ ਰਹੇ ਹਾਂ ਉਹਦੇ ਵਿੱਚ એનર્ਜੀ ਦਾ ਜਿਹੜਾ ਪਾਰਟ ਹੈ ਉਹ ਪੂਰੇ ਤਰੀਕੇ ਨਾਲ ਬੈਲੈਂਸ ਹੋ ਰਿਹਾ ਕਿ ਨਹੀਂ ਹੋ ਰਿਹਾ। ਅਗਰ ਪਸ਼ੂ ਦੁੱਧ ਵੀ ਦੇ ਰਿਹਾ ਪਰ ਉਹਦਾ BCS ਲੋ ਨਹੀਂ ਹੋ ਰਿਹਾ, ਇਹਦਾ ਮਤਲਬ ਹੈ ਕਿ ਤੁਸੀਂ ਪਸ਼ੂ ਦੀ ਦੁੱਧ ਦੇ ਅਨੁਸਾਰ, ਉਹਦੇ ਵਜ਼ਨ ਦੇ ਅਨੁਸਾਰ ਉਹਨੂੰ ਪੂਰੀ ਤਰੀਕੇ ਦੀ ਖੁਰਾਕ ਪਾ ਰਹੇ ਹੋ। ਪਰ ਅਗਰ ਪਸ਼ੂ ਦਾ BCS ਲੋ ਹੋ ਰਿਹਾ, ਇਹਦਾ ਮਤਲਬ ਕਿਤੇ ਨਾ ਕਿਤੇ ਜਿਹੜੀ એનર્ਜੀ ਦੀ ਰਿਕੁਆਇਰਮੈਂਟ ਹੈ ਉਹ ਪਸ਼ੂ ਦੀ ਪੂਰੀ ਨਹੀਂ ਹੋ ਪਾ ਰਹੀ, ਜਿਹਦੇ ਕਰਕੇ ਪਸ਼ੂ ਆਪਦੇ ਬੋਡੀ ਦਾ ਰਿਜ਼ਰਵ, ਆਪਦੇ ਬੋਡੀ ਦਾ ਫੈਟ ਖੋਰ ਕੇ ਤੇ ਤੁਹਾਨੂੰ ਦੁੱਧ ਦੇ ਰਿਹਾ, ਜਿਹੜਾ ਕਿ ਗਾਂ ਜਾ ਕੇ ਆਪਣੇ ਪਸ਼ੂ 'ਚ ਕਈ ਸਾਰੇ ਦੀ ਦਿੱਕਤਾਂ ਕਰ ਸਕਦਾ ਤੇ ਆਪਣੇ ਕਿਸਾਨ ਵੀਰਾਂ ਨੂੰ ਨੁਕਸਾਨ ਜਿਹੜਾ ਕਿਸੇ ਨਾ ਕਿਸੇ ਰਾਹ ਜ਼ਰੀਏ ਹੋ ਸਕਦਾ। ਇਸ ਕਰਕੇ ਇਹ ਜਿਹੜਾ ਵਿਸ਼ਾ ਹੈ ਇਹ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਬਹੁਤ ਚੰਗੀ ਬਰੀਡ ਜਿਹੜੀ ਹੈ ਫਾਰਮਰ ਤੇ ਆਪਣੇ ਜਿਹੜੇ ਅਗਾਂਹ ਵਧੂ ਪ੍ਰੋਗਰੈਸਿਵ ਫਾਰਮਰਾਂ ਕੋਲ ਬਹੁਤ ਚੰਗੀ ਬਰੀਡ ਹੁੰਦੀ ਹੈ ਤੇ ਬਹੁਤ ਜਲਦੀ ਪਸ਼ੂ ਦੁੱਧ ਤੇ ਆਉਂਦੇ ਆ, 40-50 ਲੀਟਰ ਜਿਹੜੇ ਪਸ਼ੂ ਫਾਰਮ ਤੇ ਜਿਹੜੇ ਦੁੱਧ ਦਿੰਦੇ ਆ। ਪਰ ਉਹਦੇ ਵਿੱਚ ਅਗਰ ਤੁਹਾਡੀ ਪਸ਼ੂ ਦੀ ਡਾਈਟ ਬੈਲੈਂਸ ਨਹੀਂ ਹੈ, એનર્ਜੀ ਬੈਲੈਂਸ ਤੁਸੀਂ ਨਹੀਂ ਕਰ ਰਹੇ ਹੋ, BCS ਲੋ ਜਾ ਰਿਹਾ ਤਾਂ ਬਹੁਤ ਜ਼ਿਆਦਾ ਦਿੱਕਤਾਂ ਜਿਹੜੀ ਆਉਣ ਵਾਲੇ ਸਮੇਂ 'ਚ ਉਸ ਪਸ਼ੂ ਪਾਲਕ ਨੂੰ ਆ ਸਕਦੀਆਂ। ਪਰ ਜਨਰਲ ਤੌਰ ਤੇ ਜਿਹੜਾ ਉਹ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਕਿ ਆਈਡੀਅਲ BCS ਜਿਹੜਾ ਉਹ ਕਿੰਨਾ ਹੋਣਾ ਚਾਹੀਦਾ? ਦੇਖੋ, ਅਗਰ ਕੋਈ ਦੁਧਾਰੂ ਪਸ਼ੂ ਹੈ, ਫੋਰ ਐਗਜ਼ਾਮਪਲ ਸੱਜਰ ਸੂਆ ਪਸ਼ੂ ਹੈ, ਤਾਂ ਉਹਦਾ ਜਿਹੜਾ BCS 3 ਦੇ ਆਸ-ਪਾਸ ਜਿਹੜਾ ਆਈਡੀਅਲ ਹੋਣਾ ਚਾਹੀਦਾ। ਇਸੇ ਤਰ੍ਹਾਂ ਕੋਈ ਡਰਾਈ ਪਸ਼ੂ ਹੈ ਤਾਂ 3.5 ਦੇ ਆਸ-ਪਾਸ। ਉਹ ਉਸ ਪਸ਼ੂ ਦੀ ਜਿਹੜੀ ਸਟੇਜ ਹੈ, ਲਾਈਫ ਦੀ ਸਟੇਜ ਹੈ, ਉਸ 'ਤੇ ਹੀ ਡਿਪੈਂਡ ਕਰੂਗਾ ਕਿ ਉਹਦਾ ਆਈਡੀਅਲ BCS ਕਿਆ ਹੋਣਾ ਚਾਹੀਦਾ। ਤੇ ਜੇ ਫਾਰਮ ਤੇ ਗੱਲ ਕਰੀਏ, ਫਾਰਮ ਤੇ ਇਸ ਚੀਜ਼ ਦਾ ਧਿਆਨ ਜਿਹੜਾ ਹੈ ਆਈਡੀਅਲ BCS ਦਾ ਉਹ ਕਿਵੇਂ ਰੱਖਿਆ ਜਾ ਸਕਦਾ? ਦੇਖੋ, ਇਹ ਜਾਣਕਾਰੀ ਆਪਣੇ ਕਿਸਾਨ ਵੀਰਾਂ ਨੂੰ ਹੋਣੀ ਚਾਹੀਦੀ ਹੈ ਕਿ ਆਪਾਂ ਆਪਣੇ ਪਸ਼ੂ ਦੇ ਜਿਹੜੇ BCS ਦੀ ਜਾਂਚ ਕਿਵੇਂ ਕਰੀਏ। ਠੀਕ ਹੈ, ਜਿਵੇਂ ਤੁਹਾਨੂੰ ਸਕਰੀਨ ਤੇ ਵੀ ਦਿਖ ਰਿਹਾ ਹੋਣਾ ਕਿ ਆਪਣੇ ਪਸ਼ੂ ਨੂੰ ਤੁਸੀਂ 2 ਸਾਈਡ ਤੋਂ ਦੇਖਣਾ ਜ਼ਰੂਰੀ ਹੈ। ਇੱਕ ਤਾਂ ਆਪਾਂ ਕਹਿੰਦੇ ਲੈਟਰਲ ਵਿਊ ਜਾਂ ਸਾਈਡ ਵਾਲਾ ਵਿਊ, ਇੱਕ ਕਹਿੰਦੇ ਪਿੱਛੋਂ ਰੀਅਰ ਵਿਊ, ਕਿ ਦੋਹਾਂ ਚੀਜ਼ਾਂ 'ਚੋਂ ਕੁਝ ਪੁਆਇੰਟਸ ਹੁੰਦੇ ਆ ਜਿਹੜੇ ਆਪਾਂ ਨੂੰ ਧਿਆਨ ਰੱਖਣੇ ਜ਼ਰੂਰੀ ਹੈ। ਜਿਵੇਂ ਗੱਲ ਕਰੀਏ, ਅਗਰ ਸਾਈਡ ਤੋਂ ਅਗਰ ਅਸੀਂ ਆਪਣੇ ਪਸ਼ੂ ਨੂੰ ਦੇਖ ਰਹੇ ਹਾਂ ਤੇ ਅਖੀਰ ਦੀਆਂ ਜਿਹੜੀਆਂ 3-4 ਰਿਬਸ ਜਾਂ ਪਸਲੀਆਂ ਹੁੰਦੀਆਂ, ਜਿਹਨੂੰ ਆਪਾਂ ਸ਼ਾਰਟ ਰਿਬਸ ਕਹਿ ਦਿੰਦੇ ਹਾਂ, ਉਹ ਦੇਖਣੀ ਆਪਾਂ ਜ਼ਰੂਰੀ ਹੈ ਕਿ ਉਹ ਸਾਨੂੰ ਦਿਖ ਰਹੀਆਂ ਕਿ ਨਹੀਂ ਦਿਖ ਰਹੀਆਂ।
ਅਗਰ ਨਹੀਂ ਦਿਖ ਰਹੀਆਂ ਤਾਂ ਮਤਲਬ BCS ਅੱਛਾ, ਅਗਰ ਦਿਖ ਰਹੀਆਂ ਤਾਂ ਮਤਲਬ ਪਸ਼ੂ ਦਾ BCS ਜਿਹੜਾ ਡਾਊਨ ਤੇ ਜਾ ਰਿਹਾ। ਉਹਦੇ ਬਾਅਦ ਮਣਕਿਆਂ ਜਾਂ ਜਿਹੜੇ ਸੈਕਰਲ ਵਰਟੀਬਰੇ ਹੁੰਦੇ, ਜਿਹੜੀ ਹੱਡੀ ਹੁੰਦੀ ਹੈ ਰੀੜ੍ਹ ਦੀ ਹੱਡੀ, ਉਹਦੇ ਉੱਤੇ ਫੈਟ ਦੀ ਲੇਅਰ ਕਿੰਨੀ ਹੈ, ਤੇ ਸਾਈਡ ਵਿਊ ਤੋਂ ਤੁਹਾਨੂੰ ਪਤਾ ਲੱਗੂਗਾ ਕਿ ਉਹ ਪਸ਼ੂ ਦਾ BCS ਕਿਸ ਤਰੀਕੇ ਦਾ। ਤੀਸਰੀ ਚੀਜ਼ ਹੈ ਪਸ਼ੂ ਦੇ ਪਿੱਛੇ ਚੂਕਲੇ ਦੀ ਜਿਹੜੀ ਹੁੱਕ ਬੋਨ ਹੁੰਦੀ ਹੈ, ਚੂਕਲੇ ਦੀ ਬੋਨ ਜਿਹੜੀ ਹੁੰਦੀ ਹੈ ਉਹ ਆਪਾਂ ਨੂੰ ਦੇਖਣੀ ਜ਼ਰੂਰੀ ਹੈ ਕਿ ਉਸ 'ਤੇ ਫੈਟ ਦੀ ਲੇਅਰ ਕਿੰਨੀ ਹੈ। ਠੀਕ ਹੈ, ਉਹਦੇ ਨਾਲ ਨਾਲ ਹੁੱਕ ਬੋਨ ਤੇ ਪਿਨ ਬੋਨ ਦੇ ਵਿੱਚ ਸ਼ੇਪ ਬਣੂਗੀ। ਅਗਰ ਤਾਂ ਉਹ ਯੂ ਸ਼ੇਪ ਬਣ ਰਹੀ ਹੈ ਮਤਲਬ ਫੈਟ ਦੀ ਡਿਪੋਜੀਸ਼ਨ ਜਿਹੜੀ ਹੈ ਚੰਗੀ ਹੈ, ਪਸ਼ੂ ਦਾ ਜਿਹੜਾ ਬੋਡੀ ਰਿਜ਼ਰਵ ਚੰਗਾ ਹੈ। ਅਗਰ ਉਹ ਵੀ ਸ਼ੇਪ ਬਣ ਰਹੀ ਹੈ ਇਹਦਾ ਮਤਲਬ ਕੀ ਹੈ ਕਿ ਫੈਟ ਪਸ਼ੂ ਜ਼ਿਆਦਾ ਖੋਰ ਰਿਹਾ ਆਪਦੇ ਸਰੀਰ 'ਚੋਂ ਖੋਰ ਕੇ ਉਹ ਜਿਹੜਾ ਤੁਹਾਨੂੰ ਦੁੱਧ ਜਿਹੜਾ ਉਹ ਦੇ ਰਿਹਾ। ਦੂਸਰਾ ਰੀਅਰ ਵਿਊ ਤੋਂ ਜਾਂ ਪਿੱਛੋਂ ਜਦੋਂ ਆਪਾਂ ਆਪਣੇ ਪਸ਼ੂ ਨੂੰ ਦੇਖਦੇ ਹਾਂ ਤੇ ਦੋ ਪਿਨ ਬੋਨਸ ਹੁੰਦੀਆਂ ਜਿਹੜੀਆਂ ਕਿ ਸਾਨੂੰ ਦਿਖ ਰਹੀਆਂ ਕਿ ਨਹੀਂ ਦਿਖ ਰਹੀਆਂ। ਦੂਸਰਾ ਜਿੱਥੇ ਉਹਦੀ ਪੂੰਛ ਜਿਹੜੀ ਜੁੜਦੀ ਹੈ ਪਿੱਛੇ ਆਪਣੇ ਮਣਕਿਆਂ ਦੇ ਨਾਲ, ਉੱਥੇ ਕਿੰਨੀ ਫੈਟ ਦੀ ਡਿਪੋਜੀਸ਼ਨ ਹੈ ਉਸ 'ਤੇ ਡਿਪੈਂਡ ਕਰੂਗਾ ਕਿ ਆਪਣੇ ਪਸ਼ੂ ਦਾ BCS ਕਿਵੇਂ ਹੈ। ਤੇ ਇਹ ਸਾਰੀਆਂ ਚੀਜ਼ਾਂ ਅਗਰ ਅਸੀਂ ਆਪਣੇ ਪਸ਼ੂ ਨੂੰ ਦੇਖਾਂਗੇ ਤਾਂ ਉੱਥੋਂ ਪਤਾ ਲੱਗੂਗਾ ਕਿ ਸਾਡੇ ਪਸ਼ੂ ਦਾ BCS ਕਿਆ ਹੈ। ਉਹਦੇ ਮਾਪਦੰਡ ਦੇ ਅਕੋਰਡਿੰਗ ਹੀ ਅਸੀਂ 1 ਤੋਂ 5 ਦੇ ਵਿੱਚ ਉਹਦੀ ਜਿਹੜੀ ਰੇਟਿੰਗ ਦੇਵਾਂਗੇ। ਫੋਰ ਐਗਜ਼ਾਮਪਲ ਅਗਰ ਕੋਈ ਕਿਸੇ ਪਸ਼ੂ ਦਾ BCS 2 ਜਾਂ ਉਸ ਤੋਂ ਘੱਟ ਹੈ ਤਾਂ ਉਹਦੇ ਵਿੱਚ ਉਹਦੀ ਜਿਹੜੀ ਐਂਡ ਵਾਲੀਆਂ ਸ਼ਾਰਟ ਰਿਬਸ ਆ ਉਹ ਸਾਫ਼ ਤੁਹਾਨੂੰ ਦੂਰੋਂ ਹੀ ਦਿਖਣਗੀਆਂ। ਉਹਦੇ ਜਿਹੜੇ ਮਣਕਿਆਂ ਦੇ ਉੱਪਰ ਜਿਹੜੀ ਫੈਟ ਦੀ ਲੇਅਰ ਉਹ ਬਹੁਤ ਘੱਟ ਹੋਊਗੀ, ਸਾਫ਼ ਮਣਕੇ ਦੇਖਣਗੇ। ਜਿਹੜਾ ਪੁੜਿਆਂ ਦੇ ਵਿੱਚ ਪਿਨ ਬੋਨ ਦੇ ਹੁੱਕਬਾਨ 'ਚ ਵੀ ਜਿਹੜਾ ਬਣਿਆ ਹੋਊਗਾ, ਪਿੱਛੋਂ ਦੇਖੋਗੇ ਤਾਂ ਹੱਡੀ ਜਿਹੜੀ ਪਿਛਲੀ ਚੋਕਲੇ ਦੀ ਹੱਡੀ ਹੈ ਬਿਲਕੁਲ ਸਾਫ਼ ਦਿਖੂਗੀ। ਇਸੇ ਤਰ੍ਹਾਂ 3 ਦੇਖੋਗੇ ਤਾਂ 1-2 ਰਿਬਸ ਜਿਹੜੀ ਸ਼ਾਰਟ ਰਿਬਸ ਦਿਖੂਗੀ, ਜ਼ਿਆਦਾ ਨਹੀਂ ਦਿਖੂਗੀ। ਵਰਟੀਬਰੇ ਤੁਸੀਂ ਫੀਲ ਕਰ ਸਕਦੇ ਹੋ ਪਰ ਦੂਰੋਂ ਨਹੀਂ ਪਤਾ ਲੱਗੂਗਾ ਕਿ ਇਹ ਮਣਕੇ ਕਿੱਥੇ ਹੈ। ਇਸੇ ਤਰ੍ਹਾਂ ਆਪਾਂ 2, 3, 4 ਦੇ ਹਿਸਾਬ ਨਾਲ ਉਹਨੂੰ ਜਿਹੜਾ ਉਹਦਾ ਮਾਪਦੰਡ ਦਿੰਦੇ। ਉਸੇ ਤਰ੍ਹਾਂ ਜਦੋਂ ਪਸ਼ੂ 3-4 ਮਹੀਨੇ ਹੋ ਗਿਆ ਸੂਏ ਨੂੰ, ਦੁੱਧ ਦੇ ਰਿਹਾ, ਉਹ ਪ੍ਰੈਗਨੈਂਟ ਵੀ ਹੋ ਗਿਆ, ਉਹਦੇ ਬਾਅਦ ਉਹਦਾ ਜਿਹੜਾ BCS ਆਈਡੀਅਲ BCS ਹੈ ਲਗਭਗ 3 ਤੋਂ 3.25 ਦੇ ਵਿੱਚ ਹੋਣਾ ਚਾਹੀਦਾ। ਤੇ ਲੇਟ ਲੈਕਟੇਸ਼ਨ ਮਤਲਬ ਉਹਦੇ ਸੂਏ ਦੇ ਐਂਡ ਵਾਲੇ ਦਿਨ ਜਦੋਂ ਪਸ਼ੂ ਭਲਿਆਟ ਹੋ ਰਿਹਾ ਉਹਦਾ ਜਿਹੜਾ BCS ਹੈ 3.5 ਦੇ ਆਸ-ਪਾਸ ਜਿਹੜਾ ਹੋਣਾ ਜ਼ਰੂਰੀ ਹੈ, ਜਿੱਥੇ ਕਿ ਆਪਣੇ ਕਿਸਾਨ ਭਰਾ ਕਈ ਵਾਰੀ ਗਲਤੀ ਕਰ ਦਿੰਦੇ ਆ। ਅਗਰ ਆਪਣੇ ਕਿਸਾਨ ਵੀਰਾਂ ਨੂੰ ਹਜੇ ਵੀ ਅਗਰ ਕਲੀਅਰ ਨਹੀਂ ਹੋ ਰਿਹਾ ਤੇ ਤੁਸੀਂ ਆਪਦੇ ਨਜ਼ਦੀਕ ਜਿਹੜੇ ਡਾਕਟਰ ਹੈ ਉਹਨਾਂ ਨੂੰ ਬੁਲਾ ਕੇ ਇਹ ਚੀਜ਼ ਦੀ ਜਾਂਚ ਜਿਹੜੀ ਕਰ ਸਕਦੇ ਹੋ, ਜਾਂ ਜਿਹੜੀ ਸਾਡੀ ਵੈਬਸਾਈਟ ਹੈ ਅਸੀਂ ਇਸ ਦੀ ਵੈਬਸਾਈਟ ਤੇ ਜਾ ਕੇ ਫਾਰਮਰ ਕੋਰਨਰ ਦੇ ਵਿੱਚ BCS ਦੇ ਬਾਰੇ ਡਿਟੇਲ ਜਾਣਕਾਰੀ ਦਿੱਤੀ ਗਈ ਹੈ। ਉੱਥੇ ਤੁਸੀਂ ਹਰ ਵਰਗ ਦਾ ਪਸ਼ੂ 1, 2, 3, 4, 5 BCS ਕਿਵੇਂ ਹੁੰਦਾ ਉਹ ਸਾਰਾ ਤੁਸੀਂ ਉੱਥੇ ਵੀ ਜਾ ਕੇ ਜਿਹੜਾ ਨੋਟ ਕਰ ਸਕਦੇ ਹੋ। ਇਸ ਕਰਕੇ ਇਹ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਆਉਣ ਵਾਲੇ ਸਮੇਂ 'ਚ ਪਸ਼ੂ ਦੀ ਸਿਹਤ, ਪਸ਼ੂ ਨੇ ਦੁਬਾਰਾ ਪ੍ਰੈਗਨੈਂਟ ਹੋਣਾ, ਇਹ ਸਾਰਾ ਡਿਪੈਂਡ ਕਰਦਾ ਉਹਦੇ BCS 'ਤੇ। ਬਿਲਕੁਲ, ਬਹੁਤ ਹੀ ਅਹਿਮ ਅਤੇ ਵਿਸਤਾਰਪੂਰਵਕ ਜਾਣਕਾਰੀ ਡਾਕਟਰ ਸਾਹਿਬ ਵੱਲੋਂ ਦਿੱਤੀ ਗਈ ਹੈ। ਖੈਰ ਕਿਸਾਨ ਵੀਰਾਂ ਦੇ ਮਨਾਂ ਵਿੱਚ ਡਾਕਟਰ ਸਾਹਿਬ ਜੋ ਸਵਾਲ ਨੇ ਉਹ ਵੀ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ, ਕਾਲ ਦੇ ਜ਼ਰੀਏ ਉਹਨਾਂ ਨਾਲ ਜੁੜਾਂਗੇ, ਪਰ ਇੱਕ ਛੋਟੇ ਜਿਹੇ ਵਕਫੇ ਬ੍ਰੇਕ ਤੋਂ ਬਾਅਦ। ਤੇ ਤੁਸੀਂ ਵੇਖਦੇ ਰਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 3। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 3 ਤੇ ਅੱਜ ਦਾ ਵਿਸ਼ਾ ਹੈ BCS ਦੀ ਮਹੱਤਤਾ ਦੁਧਾਰੂ ਪਸ਼ੂਆਂ ਵਿੱਚ। ਤੇ ਸਾਡੇ ਨਾਲ ਅਸੀਸ ਤੋਂ ਡਾਕਟਰ ਸੁਮਿਤ ਸਿੰਘ ਨੇ। ਡਾਕਟਰ ਸਾਹਿਬ, ਜਿਵੇਂ ਬ੍ਰੇਕ ਵਿੱਚ ਜਾਣ ਤੋਂ ਪਹਿਲੇ ਮੈਂ ਕਿਹਾ ਸੀ ਕਿ ਹੁਣ ਕਿਸਾਨ ਵੀਰਾਂ ਨਾਲ ਅਸੀਂ ਸੰਪਰਕ ਸਾਧਾਂਗੇ, ਕਾਲ ਦੇ ਜ਼ਰੀਏ ਉਹਨਾਂ ਨਾਲ ਜੁੜਾਂਗੇ। ਤੇ ਪਹਿਲੇ ਕਿਸਾਨ ਵੀਰ ਆਪਣੇ ਸਵਾਲ ਦੇ ਨਾਲ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਆ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਮੇਰਾ ਨਾਮ ਗੁਰਦੀਪ ਸਿੰਘ ਹੈ ਜੀ, ਮੈਂ ਅਚਰਵਾਲ ਤੋਂ ਬੋਲਦਾ, ਲੁਧਿਆਣਾ ਡਿਸਟ੍ਰਿਕਟ ਤੋਂ। ਹਾਂਜੀ ਗੁਰਦੀਪ ਜੀ, ਆਪਣਾ ਸਵਾਲ ਪੁੱਛੋ। ਹਾਂਜੀ, ਮੈਂ ਡਾਕਟਰ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਵੀ ਜੇ ਸਾਡੇ ਫਾਰਮ ਤੇ ਪਸ਼ੂਆਂ ਦਾ ਜਿਹੜਾ BCS ਆ ਜੇ ਘਟਦਾ ਲਗਾਤਾਰ ਤਾਂ ਇਹਦੇ ਕੀ ਕਾਰਨ ਹੋ ਸਕਦੇ ਆ, ਕੀ ਨੁਕਸਾਨ ਆ, ਤੇ ਇਹਨੂੰ ਅਸੀਂ ਕਿੱਦਾਂ ਠੀਕ ਕਰ ਸਕਦੇ ਹਾਂ? ਬਹੁਤ ਹੀ ਜਾਇਜ਼ ਕੁਐਸਚਨ ਹੈ। ਆਮ ਤੌਰ 'ਤੇ ਕਿਸਾਨ ਭਰਾ ਆਪਣੇ ਇਸ ਤੋਂ ਜੂਝਦੇ ਆ ਕਿ ਪਸ਼ੂਆਂ ਦਾ BCS ਲੋ ਹੋ ਰਿਹਾ ਹੁੰਦਾ। ਕਾਰਨ ਦੀ ਗੱਲ ਕਰੀਏ, ਇੱਕ ਛੋਟੀ ਜਿਹੀ ਐਗਜ਼ਾਮਪਲ ਜਿਹੜੀ ਮੈਂ ਤੁਹਾਨੂੰ ਦੇਣਾ ਚਾਹੂੰਗਾ ਉਹ ਤਕੜੀ ਦੀ ਦੇਣਾ ਚਾਹੂੰਗਾ ਕਿ ਫੋਰ ਐਗਜ਼ਾਮਪਲ ਇੱਕ ਪਾਸੇ ਪਸ਼ੂ ਫੋਰ ਐਗਜ਼ਾਮਪਲ 40 ਲੀਟਰ ਦੁੱਧ ਦੇ ਰਿਹਾ, ਦੂਜੇ ਪਾਸੇ ਤੁਸੀਂ ਉਹਦਾ ਰਾਸ਼ਨ ਪਾ ਰਹੇ ਹੋ। ਜੇ ਉਹ ਪ੍ਰੋਪਰਲੀ ਬੈਲੈਂਸ ਹੈ, ਬਿਲਕੁਲ ਨਾਪ ਤੋਲ ਕੇ ਉਹਦੇ ਦੁੱਧ ਦੇ ਹਿਸਾਬ ਨਾਲ ਪੈ ਰਿਹਾ ਹੈ ਤਾਂ ਤਕੜੀ ਬਰਾਬਰ ਹੋਊਗੀ। ਪਰ ਅਗਰ ਦੁੱਧ ਜ਼ਿਆਦਾ ਦੇ ਰਹੀ ਹੈ, ਰਾਸ਼ਨ ਐਨਰਜੀ ਉਹਦੀ ਘੱਟ ਜਾ ਰਹੀ ਹੈ, ਤਾਂ ਇੱਕ ਗੈਪ ਬਣ ਜਾਊਗਾ ਜਿਹਨੂੰ ਅਸੀਂ ਕਹਿੰਦੇ ਹਾਂ ਨੈਗੇਟਿਵ ਐਨਰਜੀ ਬੈਲੈਂਸ। ਕਿ ਮੇਨ ਜਿਹੜਾ ਉਹਦਾ ਰੀਜ਼ਨ ਉਹੀ ਹੈ ਕਿ ਜਦੋਂ ਪਸ਼ੂ ਨੈਗੇਟਿਵ ਐਨਰਜੀ ਬੈਲੈਂਸ 'ਚ, ਮਤਲਬ ਜਿੰਨੀ ਐਨਰਜੀ ਉਸ ਦੁੱਧ ਲਈ ਉਸ ਪਸ਼ੂ ਨੂੰ ਚਾਹੀਦੀ ਹੈ ਅਗਰ ਨਹੀਂ ਮਿਲੂਗੀ, ਪਸ਼ੂ ਨੈਗੇਟਿਵ ਐਨਰਜੀ ਬੈਲੈਂਸ 'ਚ ਜਾਊਗਾ। ਉਹੀ ਮੇਨ ਕਾਰਨ ਹੈ ਕਿ ਉਹਦਾ BCS ਜਿਹੜਾ ਉਹ ਲੋ ਹੋ ਰਿਹਾ।
ਦੂਸਰੀ ਚੀਜ਼, ਕਈ ਵਾਰੀ ਪਸ਼ੂ ਆਪਣੇ ਪੱਠੇ 'ਚ ਕੋਈ ਪ੍ਰੋਬਲਮ ਹੋ ਗਈ, ਜਿਵੇਂ ਸਾਇਲੇਜ 'ਚ ਕਈ ਵਾਰੀ ਉੱਲੀ ਲੱਗ ਜਾਂਦੀ ਹੈ, ਜਾਂ ਸਾਡੀ ਤੂੜੀ ਦੇ ਵਿੱਚ ਉੱਲੀ ਲੱਗ ਜਾਂਦੀ ਹੈ, ਤੇ ਪਸ਼ੂ ਉਸ ਸਾਇਲੇਜ ਨੂੰ ਜਾਂ ਤੂੜੀ ਨੂੰ ਘੱਟ ਖਾਂਦਾ, ਮਤਲਬ ਉਹਦੀ ਜਿਹੜੀ ਖਾਣ ਦੀ ਸ਼ਮਤਾ ਹੈ ਉਹ ਘਟ ਗਈ। ਤੁਸੀਂ ਆਪਦੇ ਵੱਲੋਂ ਪੂਰਾ ਬੈਲੈਂਸ ਰਾਸ਼ਨ ਦੇ ਰਹੇ ਹੋ, ਪਰ ਪਸ਼ੂ ਖਾ ਨਹੀਂ ਪਾ ਰਿਹਾ ਉਹਨੂੰ। ਉਸ ਕੰਡੀਸ਼ਨ ਦੇ ਵਿੱਚ ਵੀ ਐਨੀਮਲ ਜਿਹੜਾ ਉਹ ਨੈਗੇਟਿਵ એનર્ਜੀ ਬੈਲੈਂਸ ਵੱਲ ਜਾਣਾ ਸ਼ੁਰੂ ਹੋ ਜਾਂਦਾ। ਤੀਸਰੀ ਚੀਜ਼, ਕਈ ਵਾਰੀ ਆਪਾਂ ਦੇਖਦੇ ਹਾਂ ਕਿ ਚੰਗੀ ਨਸਲ ਦੇ ਜਿਹੜੇ ਪਸ਼ੂ ਹੈ, ਸੱਜਰ ਸੂਏ ਪਸ਼ੂ ਹੈ, ਉਹ ਬਹੁਤ ਤੇਜ਼ੀ ਨਾਲ ਜਿਹੜਾ ਦੁੱਧ ਵਧਾਉਂਦੇ ਆ ਆਪਦਾ, ਉਨੀ ਤੇਜ਼ੀ ਨਾਲ ਉਹਨਾਂ ਦਾ ਜਿਹੜੀ ਖਾਣ ਦੀ ਸ਼ਮਤਾ ਨਹੀਂ ਹੁੰਦੀ ਹੈ। ਉਸ ਚੀਜ਼ ਦੇ ਵਿੱਚ ਵੀ ਪਸ਼ੂ ਦੇ ਵਿੱਚ ਜਿਹੜਾ ਨੈਗੇਟਿਵ એનર્ਜੀ ਬੈਲੈਂਸ ਜਿਹੜਾ ਬਣਨਾ ਉਹ ਸ਼ੁਰੂ ਹੋ ਜਾਂਦਾ। ਇਹ ਸਾਰੇ ਕਾਰਨ ਹੈ ਪਸ਼ੂ ਦੇ BCS ਤੇ ਘੱਟ ਹੋਣ ਦੇ। ਜਿਹਦੇ ਨੁਕਸਾਨ ਦੀ ਗੱਲ ਕਰੀਏ ਤਾਂ ਨੁਕਸਾਨ ਬਹੁਤ ਸਾਰੇ ਹੈ। ਸਭ ਤੋਂ ਪਹਿਲਾਂ ਤਾਂ ਦੁੱਧ ਦਾ ਨੁਕਸਾਨ ਹੈ। ਦੁੱਧ ਦਾ ਨੁਕਸਾਨ ਕੀ ਹੈ ਕਿ ਪੂਰੇ ਸੂਏ ਦੇ ਵਿੱਚ ਜਿੰਨਾ ਦੁੱਧ ਲੈਣਾ ਸੀ ਤੁਸੀਂ ਉਨਾ ਦੁੱਧ ਨਹੀਂ ਲੈ ਪਾਓਗੇ। ਅਸੀਂ ਗੱਲ ਕਰਦੇ ਹਾਂ ਕਿ ਪੀਕ ਪ੍ਰੋਡਕਸ਼ਨ ਦੀ, ਕਿ ਨਸਲ ਦੇ ਹਿਸਾਬ 'ਚ ਫੋਰ ਐਗਜ਼ਾਮਪਲ ਉਸ ਗਾਂ ਨੇ 30 ਲੀਟਰ ਦੁੱਧ ਦੇਣਾ ਸੀ, ਉਹ ਜਿਹੜਾ 30 ਲੀਟਰ ਦੁੱਧ ਹੈ ਉਹ ਘੱਟੋ ਘੱਟ 3 ਤੋਂ 4 ਮਹੀਨੇ ਤੱਕ ਉਹ ਲਗਾਤਾਰ ਉਹਨਾਂ ਦੁੱਧ ਦੇਣਾ ਚਾਹੀਦੀ ਹੈ। ਪਰ ਅਗਰ ਪਸ਼ੂ ਨੈਗੇਟਿਵ એનર્ਜੀ ਬੈਲੈਂਸ 'ਚ ਹੋਊਗਾ ਤਾਂ ਇੱਕਦਮ ਪਸ਼ੂ ਉੱਪਰ ਜਾਊਗਾ, ਫਿਰ 15-20 ਦਿਨ ਜਾਂ ਮਹੀਨੇ ਬਾਅਦ ਉਹਦਾ ਦੁੱਧ ਜਿਹੜਾ ਘਟਣਾ ਸਟਾਰਟ ਹੋ ਜਾਊਗਾ। ਤੇ ਇਹ ਇੱਕ ਬਹੁਤ ਬੜਾ ਨੁਕਸਾਨ ਹੈ ਆਪਣੇ ਕਿਸਾਨ ਵੀਰਾਂ ਦਾ, ਕਿ ਜਿੰਨਾ ਦੁੱਧ ਉਸ ਤੋਂ ਲੈ ਸਕਦੇ ਸੀ ਉਹਨਾਂ ਦੁੱਧ ਉਹਨੂੰ ਨਹੀਂ ਮਿਲਿਆ। ਫੋਰ ਐਗਜ਼ਾਮਪਲ ਉਹਨੇ ਪੂਰੇ ਸੂਏ ਦੇ ਵਿੱਚ, ਜਿਹੜਾ ਆਪਾਂ 305 ਦਿਨ ਦਾ ਸੂਆ ਮੰਨਦੇ ਹਾਂ, ਉਹਦੇ ਵਿੱਚ ਫੋਰ ਐਗਜ਼ਾਮਪਲ ਉਹਨੇ 10,000 ਲੀਟਰ ਦੁੱਧ ਦੇਣਾ ਸੀ। ਅਗਰ ਉਹ ਪੀਕ ਲੰਬੀ ਨਹੀਂ ਫੜੂਗਾ, ਅਗਰ ਫੋਰ ਐਗਜ਼ਾਮਪਲ 10,000 ਦੀ ਜਗ੍ਹਾ 9,000 ਲੀਟਰ ਦੀ ਦੁੱਧ ਦਿੱਤਾ, 1,000 ਲੀਟਰ ਦੁੱਧ ਮਤਲਬ ਲਗਭਗ 30-35 ਹਜ਼ਾਰ ਦਾ ਨੁਕਸਾਨ ਇੱਕ ਫਾਰਮਰ ਨੂੰ ਸਿਰਫ ਇੱਕ ਪਸ਼ੂ ਪਿੱਛੇ। ਇਹ ਤਾਂ ਹੋ ਗਿਆ ਸਿਰਫ ਦੁੱਧ ਦਾ ਨੁਕਸਾਨ। ਦੂਸਰੀ ਗੱਲ ਕਰੀਏ ਉਹਦੇ ਵਿੱਚ ਦਿੱਕਤਾਂ, ਸਭ ਤੋਂ ਪਹਿਲੀ ਦਿੱਕਤ ਜਿਹੜੀ ਆਊਗੀ ਉਹ ਆਉਂਦੀ ਹੈ ਰਿਪੀਟ ਬਰੀਡਿੰਗ ਦੀ, ਕਿ ਪਸ਼ੂ ਨੂੰ ਬਾਰ-ਬਾਰ ਸਾਨੂੰ AI ਜਾਂ ਮਨਸੂਈ ਗਰਭਧਾਨ ਕਰਾਉਣਾ ਪਊਗਾ, ਪਸ਼ੂ ਕਨਸੀਵ ਨਹੀਂ ਹੋਊਗਾ। ਠੀਕ ਹੈ, ਪਸ਼ੂ ਆਪਣਾ ਹੇਹਾ ਨਹੀਂ ਦਿਖਾਊਗਾ, ਤੇ ਹੇਹਾ ਦਿਖਾ ਵੀ ਦਿਆ ਤਾਂ ਪਸ਼ੂ ਕਨਸੀਵ ਨਹੀਂ ਹੋਊਗਾ। ਤੀਸਰੀ ਚੀਜ਼, ਅਰਲੀ ਐਮਬ੍ਰੋਨਿਕ ਡੈਥ। ਅਰਲੀ ਐਮਬ੍ਰੋਨਿਕ ਡੈਥ ਮਤਲਬ ਕਿ ਪਸ਼ੂ ਕਨਸੀਵ ਹੋਇਆ, ਉਹਨੇ ਬੱਚਾ ਲਿਆ, ਪਰ 1-1.5 ਮਹੀਨੇ ਬਾਅਦ ਨੈਗੇਟਿਵ એનર્ਜੀ ਕਾਰਨ, ਮਤਲਬ ਕਿਉਂ ਕਿ ਪਸ਼ੂ ਦੇ ਅੰਦਰ ਇੰਨੀ એનર્ਜੀ ਹੀ ਨਹੀਂ ਕਿ ਉਹਦੀ ਆਪਦੇ ਬੱਚੇ ਨੂੰ ਪਾਲ ਸਕੇ। ਉਹ ਕੀ ਕਰੂਗਾ, ਉਹਦੇ ਵਿੱਚ ਅਬੋਰਸ਼ਨ, ਮਤਲਬ ਤੂ ਜਾਣਾ ਜਿਹਨੂੰ ਆਪਾਂ ਕਹਿੰਦੇ ਹਾਂ, ਕਿ ਸਾਨੂੰ ਪਤਾ ਵੀ ਨਹੀਂ ਲੱਗੂਗਾ ਕਿ ਪਸ਼ੂ ਤੂ ਗਿਆ। ਚੌਥੀ ਚੀਜ਼ ਜਿਹੜੀ ਹੈ ਉਹ ਹੈ ਮੈਟਾਬੋਲਿਕ ਡਿਸਆਰਡਰਸ ਮਤਲਬ ਕਿ ਕੋਈ ਨਾ ਕੋਈ ਦਿੱਕਤਾਂ। ਫੋਰ ਐਗਜ਼ਾਮਪਲ ਉਸ ਜਿਹੜੀ ਮੇਨ ਦਿੱਕਤ ਆਉਂਦੀ ਹੈ ਉਹ ਆਉਂਦੀ ਹੈ ਕੀਟੋਸਿਸ ਦੀ, ਕਿ ਜਦੋਂ ਪਸ਼ੂ ਨੈਗੇਟਿਵ એનર્ਜੀ 'ਚ ਜਾ ਰਿਹਾ, ਪਸ਼ੂ ਕੀ ਕਰਦਾ, ਆਪਦੇ ਸਰੀਰ ਦੇ ਵਿੱਚੋਂ ਜਿਹੜੀ એનર્ਜੀ ਖਰਚ ਕਰ ਰਿਹਾ, ਉਹਦੇ ਕਰਕੇ ਲੀਵਰ 'ਤੇ ਸਟ੍ਰੈਸ ਪੈਂਦਾ, ਲੀਵਰ 'ਚ ਫੈਟੀ ਲੀਵਰ ਹੋਣ ਦੀ ਸ਼ਿਕਾਇਤ ਆਉਂਦੀ ਹੈ, ਜਿਹਦੇ ਕਰਕੇ ਪਸ਼ੂ ਜਿਹੜਾ ਕੀਟੋਸਿਸ ਵੱਲ ਜਾਣ ਲੱਗਦਾ। ਤੇ ਬਾਹਰੀ ਨੁਕਸਾਨ ਜਿਹੜਾ ਫਾਰਮਰ ਨੂੰ ਦੁੱਧ ਦੇ ਵਿੱਚ, ਤੇ ਨਾਲੇ ਉਹਨੂੰ ਦੁਬਾਰਾ ਕਨਸੀਵ ਕਰਾਉਣੇ ਦੇ ਵਿੱਚ ਜਿਹੜੀ ਦਿੱਕਤ ਆ ਉਹ ਆਊਗੀ। ਬਿਲਕੁਲ, ਡਾਕਟਰ ਸਾਹਿਬ ਨੇ ਤੁਹਾਨੂੰ ਦੱਸ ਦਿੱਤਾ ਕਿਸਾਨ ਵੀਰੋ ਕਿ ਕਿਵੇਂ ਦੁੱਧ ਦਾ ਤੇ ਤੁਹਾਡੇ ਪਸ਼ੂ ਦਾ ਨੁਕਸਾਨ ਹੋ ਸਕਦਾ ਹੈ, ਪਰ ਇਸ ਨੂੰ ਲੈ ਕੇ ਤੁਸੀਂ ਕਿਵੇਂ ਸੁਚੇਤ ਰਹਿਣਾ ਹੈ ਉਸ ਬਾਰੇ ਵੀ ਵਿਸਤਾਰਪੂਰਵਕ ਤੁਹਾਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਤੇ ਹੁਣ ਅਗਲੇ ਕਿਸਾਨ ਵੀਰ ਵੀ ਡਾਕਟਰ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਵੀ ਜਾਣਦੇ ਹਾਂ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਸੁਖਚੈਨ ਸਿੰਘ ਹੈ ਜੀ ਮੇਰਾ ਜੀ, ਮੰਡੀਰਾਂ ਵਾਲਾ ਪਿੰਡ, ਕਾਲੇ ਕੇ ਡੇਅਰੀ ਫਾਰਮ। ਹਾਂਜੀ ਸੁਖਚੈਨ ਜੀ, ਆਪਣਾ ਸਵਾਲ ਪੁੱਛੋ। ਹਾਂਜੀ ਡਾਕਟਰ ਸਾਹਿਬ, ਮੇਰੇ ਫਾਰਮ ਤੇ ਨਾ ਪਸ਼ੂਆਂ ਦਾ ਇੱਕ ਤਾਂ BCS ਥੋੜਾ ਜਿਹਾ ਘੱਟ ਹੈ ਜੀ, ਤੇ ਇੱਕ ਉਹਦੀ ਰਿਪੀਟ ਬਰੀਡਿੰਗ ਹੈ ਥੋੜੀ ਜੀ, ਤੇ ਕੀ ਇਹਨਾਂ ਦਾ ਕੋਈ ਆਪਸ ਚ ਰਿਲੇਸ਼ਨ ਹੈਗਾ ਜੀ? ਹਾਂਜੀ ਸੁਖਚੈਨ ਜੀ, ਬਹੁਤ ਵਧੀਆ ਸਵਾਲ ਆ ਤੁਹਾਡਾ। ਜਿਵੇਂ ਕਿ ਪਹਿਲੇ ਦੱਸਿਆ ਕਿ BCS ਦਾ ਡਾਇਰੈਕਟ ਜਿਹੜਾ ਰਿਲੇਸ਼ਨ ਹੈ, ਡਾਇਰੈਕਟ ਕਨੈਕਸ਼ਨ ਜਿਹੜਾ ਹੈ ਉਹ ਰਿਪੀਟ ਬਰੀਡਿੰਗ ਨਾਲ ਬਿਲਕੁਲ ਹੈ। ਉਹ ਕਿਵੇਂ ਹੈ ਉਹ ਮੈਂ ਤੁਹਾਨੂੰ ਦੱਸਦਾ। ਕਿ ਜਦੋਂ ਵੀ ਪਸ਼ੂ ਦਾ BCS ਲੋ ਹੋ ਰਿਹਾ, ਜਿਵੇਂ ਪਹਿਲਾਂ ਦੱਸਿਆ ਕਿ ਪਸ਼ੂ ਜਿਹੜਾ ਨੈਗੇਟਿਵ એનર્ਜੀ ਵੱਲ ਜਾ ਰਿਹਾ, ਪਸ਼ੂ ਨੂੰ ਜਿੰਨੀ એનર્ਜੀ ਦੀ ਜ਼ਰੂਰਤ ਹੈ ਤੁਸੀਂ ਪੂਰੀ ਉਹਦੇ ਰਾਸ਼ਨ 'ਚ ਨਹੀਂ ਕਰ ਪਾ ਰਹੇ, ਕਿਸੇ ਵੀ ਕਾਰਨ ਉਹ ਹੋ ਸਕਦਾ। ਜਦੋਂ ਇਹ ਹੋਊਗਾ, ਪਸ਼ੂ ਦੇ ਸਰੀਰ ਦੇ ਵਿੱਚ ਜਦੋਂ એનર્ਜੀ ਦੀ ਘਾਟ ਹੁੰਦੀ ਹੈ, ਉਹਦਾ ਜਿਹੜਾ ਸਰੀਰ ਆ ਆਪ ਦੇ ਵੱਲ ਉਹਨੂੰ ਢਾਲਦਾ ਹੈ, ਅਤੇ ਪਸ਼ੂ ਦੇ ਸਰੀਰ 'ਚ ਇੱਕ ਹਾਰਮੋਨ ਜਾਂ ਰਸਾਵ ਰਿਲੀਜ਼ ਹੁੰਦਾ ਇਨਸੂਲਿਨ, ਜਿਹੜਾ ਕਿ ਉਹਦੀ ਬਾਡੀ ਦੇ ਵਿੱਚੋਂ એનર્ਜੀ ਨੂੰ ਬਾਹਰ ਕੱਢਦਾ, ਤਾਂ ਕਿ ਉਹਦੀ એનર્ਜੀ ਨੂੰ ਪੂਰਾ ਕਰ ਸਕੇ ਉਹਦੇ ਸਿਸਟਮ ਦੇ ਵਿੱਚ। ਜਦੋਂ ਇਨਸੂਲਿਨ ਦੀ ਮਾਤਰਾ ਵੱਧਦੀ ਹੈ, ਕੁਝ ਜਿਹੜੇ ਹਾਰਮੋਨ ਜਾਂ ਰਸਾਵ ਜਿਹੜੇ ਸਾਨੂੰ ਰਿਪਰੋਡਕਸ਼ਨ ਜਾਂ ਪਸ਼ੂ ਨੂੰ ਪ੍ਰੈਗਨੈਂਟ ਕਰਨ ਲਈ ਚਾਹੀਦੇ ਆ, ਉਹਨਾਂ ਦਾ ਰਸਾਵ ਘਟ ਜਾਂਦਾ। ਫੋਰ ਐਗਜ਼ਾਮਪਲ ਕਿ ਇੱਕ ਪਸ਼ੂ ਨੂੰ ਹੇਹੇ 'ਚ ਲਿਆਉਣ ਲਈ ਐਸਟ੍ਰੋਜਨ ਨਾਮ ਦਾ ਜਿਹੜਾ ਰਸਾਵ ਹੈ ਪਸ਼ੂ ਦੇ ਸਰੀਰ ਦੇ ਵਿੱਚ ਬਣਦਾ। ਜਦੋਂ ਇਨਸੂਲਿਨ ਦੀ ਮਾਤਰਾ ਜ਼ਿਆਦਾ ਹੋਊਗੀ, ਐਸਟ੍ਰੋਜਨ ਦੀ ਜਿਹੜੀ ਡੋਜ਼ ਹੈ ਜਿਹੜੀ ਉਹਦੇ ਸਰੀਰ ਦੇ ਵਿੱਚ ਰਿਲੀਜ਼ ਹੋਣੀ ਹੈ ਉਹ ਘੱਟ ਹੋਊਗੀ। ਮਤਲਬ ਕਿਆ, ਪਸ਼ੂ ਆਪਦਾ ਜਿਹੜੇ ਹੇਹੇ ਦੇ ਸਾਈਨ ਹੈ ਉਹ ਘੱਟ ਦਿਖਾਊਗਾ ਜਾਂ ਬਿਲਕੁਲ ਨਹੀਂ ਦਿਖਾਊਗਾ। ਮਤਲਬ ਜਿਹਨੂੰ ਆਪਾਂ ਗੁੰਗਾ ਹੇਹਾ ਕਹਿ ਦਿੰਦੇ ਹਾਂ, ਕਿ ਪਸ਼ੂ ਆਪਦੇ ਸਾਈਕਲ 'ਚ ਆ ਰਿਹਾ ਪਰ ਅਸੀਂ ਉਹਦੇ ਹੇਹੇ ਨੂੰ ਜਿਹੜਾ ਹੈ ਡਿਟੈਕਟ ਨਹੀਂ ਕਰ ਪਾ ਰਹੇ, ਜਿਹਦੇ ਕਰਕੇ ਆਪਾਂ AI ਨਹੀਂ ਹੋ ਪਾ ਰਹੀ।
ਫੋਰ ਐਗਜ਼ਾਮਪਲ ਤੁਸੀਂ ਉਹਦਾ ਹੇਹਾ ਡਿਟੈਕਟ ਵੀ ਕਰ ਲਿਆ ਤੇ ਤੁਸੀਂ ਉਹਦੀ AI ਕਰਵਾਤੀ। ਅਗਰ ਪਸ਼ੂ ਨੈਗੇਟਿਵ એનર્ਜੀ 'ਚ ਹੈ, ਉਸ ਮਾਦਾ ਦੇ ਵਿੱਚ ਜਿਹੜਾ ਆਂਡਾ ਰਿਲੀਜ਼ ਹੋਣਾ, ਉਹਦੀ ਜਿਹੜੀ ਸਿਹਤ ਹੋਊਗੀ ਬਹੁਤ ਕਮਜ਼ੋਰ ਆਂਡਾ ਰਿਲੀਜ਼ ਹੋਊਗਾ, ਤੇ ਪਸ਼ੂ ਅਗਰ AI ਜਾਂ ਮਨਸੂਈ ਗਰਭਧਾਨ ਟਾਈਮ ਤੇ ਵੀ ਹੋਇਆ, ਪਸ਼ੂ ਉਹ ਕਨਸੀਵ ਕਰਨ 'ਚ ਉਹਦੀ ਜਿਹੜੀ ਕੰਸੈਪਸ਼ਨ ਰੇਟ ਆ ਬਹੁਤ ਘਟ ਜਾਊਗੀ। ਉਹ ਵੀ ਇੱਕ ਰਿਪੀਟ ਬਰੀਡਿੰਗ ਦਾ ਕਾਰਨ ਬਣੂਗਾ। ਤੀਸਰੀ ਚੀਜ਼, ਅਗਰ ਉਹ ਕਨਸੀਵ ਹੋ ਵੀ ਗਿਆ, ਜਿਵੇਂ ਪਹਿਲੇ ਦੱਸਿਆ, ਅਰਲੀ ਐਮਬ੍ਰੋਨਿਕ ਡੈਥ, ਕਿ ਪਸ਼ੂ ਦੀ ਸਰੀਰ 'ਚ ਇੰਨੀ એનર્ਜੀ ਹੀ ਨਹੀਂ ਕਿ ਉਹ ਆਪਦੇ ਬੱਚੇ ਨੂੰ ਪਾਲ ਸਕੇ, ਤੇ ਪਸ਼ੂ ਧੂ ਜਾਂਦਾ, ਜਿਹੜਾ ਕਿ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ 1.5-2 ਮਹੀਨੇ ਬਾਅਦ ਸਾਨੂੰ ਪਤਾ ਲੱਗਿਆ ਕਿ ਪਸ਼ੂ ਦੁਬਾਰਾ ਹੀਟ ਤੇ ਆ ਰਿਹਾ। ਕਿਸਾਨ ਨੂੰ ਇਹ ਹੁੰਦਾ ਕਿ ਪਸ਼ੂ ਮੇਰਾ ਪ੍ਰੈਗਨੈਂਟ ਹੋ ਗਿਆ, ਗੱਭਣ ਹੋ ਗਿਆ, ਉਹ ਅਗਲੇ ਸੂਏ ਦੀ ਤਿਆਰੀ ਕਰੀਏ, ਪਰ 1.5-2 ਮਹੀਨੇ ਬਾਅਦ ਪਤਾ ਲੱਗਦਾ ਕਿ ਉਹ ਆਪਣਾ ਬੱਚਾ ਹੀ ਸਿੱਟ ਗਿਆ। ਇਹ ਸਾਰੀ ਚੀਜ਼ਾਂ ਜਿਹੜੀ ਜੁੜੀਆਂ ਉਹ ਪਸ਼ੂ ਦੇ ਦਿਮਾਗ ਨਾਲ ਜੁੜੀਆਂ, ਉਹਦੇ ਸਾਈਕੋਲੋਜੀਕਲ ਇੰਪੈਕਟ ਅਸੀਂ ਕਹਿੰਦੇ ਹਾਂ ਕਿ ਦਿਮਾਗ ਨਾਲ ਜੁੜੀਆਂ। ਪਸ਼ੂ ਜਦੋਂ ਆਪ ਨੈਗੇਟਿਵ એનર્ਜੀ 'ਚ ਹੁੰਦਾ ਤੇ ਉਹ ਆਪਣੇ ਬੱਚੇ ਨੂੰ ਕਿਵੇਂ ਪਾਲੂਗਾ? ਠੀਕ ਹੈ, ਉਹਨੂੰ ਇਹ ਹੁੰਦਾ ਕਿ ਪਹਿਲੇ ਮੈਂ ਆਪਦੇ ਆਪ ਨੂੰ ਸਾਂਭ ਲਾਂ, ਫਿਰ ਹੀ ਮੇਰਾ ਬੱਚਾ ਪਲ ਸਕਦਾ। ਤੇ ਇਸ ਕਰਕੇ ਜਦੋਂ ਪਸ਼ੂ ਨੈਗੇਟਿਵ એનર્ਜੀ 'ਚ ਜਾਊਗਾ, ਉਹਦੇ ਸਰੀਰ 'ਚ ਜਿਹੜੇ ਰਸਾਵ ਹੈ, ਜਿਹੜੇ ਪਸ਼ੂ ਨੂੰ ਕਨਸੀਵ ਕਰਨ 'ਚ ਹੈਲਪ ਕਰਦੇ ਆ, ਉਹ ਬਹੁਤ ਘਟ ਜਾਣਗੇ। ਤਾਂ ਪਸ਼ੂ ਕਈ ਵਾਰੀ ਬਾਰ-ਬਾਰ ਰਿਪੀਟ ਹੁੰਦਾ, ਕਈ ਵਾਰੀ 3, 4, 5 ਵਾਰੀ ਸਾਨੂੰ AI ਕਰਾਉਣੀ ਪੈਂਦੀ ਹੈ, ਜਿਹੜਾ ਕਿ ਡਾਇਰੈਕਟ ਜੁੜਿਆ ਪਸ਼ੂ ਦੇ BCS ਨਾਲ। ਬਿਲਕੁਲ, ਡਾਕਟਰ ਸਾਹਿਬ ਨੇ ਬਹੁਤ ਹੀ ਵਿਸਤਾਰਪੂਰਵਕ ਤੁਹਾਨੂੰ ਜਾਣਕਾਰੀ ਦਿੱਤੀ। ਉਮੀਦ ਹੈ ਕਿ ਸੁਖਚੈਨ ਜੀ ਇਸ ਜਵਾਬ ਤੋਂ ਤੁਸੀਂ ਮੁਤਮਈਨ ਹੋਗੇ, ਤੇ ਇਸ ਦੇ ਨਾਲ ਹੀ ਅਗਲੇ ਕਿਸਾਨ ਵੀਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਮੇਰਾ ਨਾਮ ਸਰਬਜੀਤ ਸਿੰਘ ਜੀ, ਅਸੀਂ ਪਟਿਆਲੇ ਤੋਂ ਬੋਲ ਰਹੇ ਹਾਂ ਜੀ। ਹਾਂਜੀ ਸਰਬਜੀਤ ਜੀ, ਆਪਣਾ ਸਵਾਲ ਪੁੱਛੋ। ਹਾਂਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਦੁੱਧ ਦੇਣ ਵਾਲੇ ਪਸ਼ੂਆਂ ਦੇ BCS ਬਾਰੇ ਦੱਸਿਆ ਜੀ, ਕਿਰਪਾ ਕਰਕੇ ਡਰਾਈ ਪੀਰੀਅਡ ਅਤੇ ਟ੍ਰਾਂਜ਼ਿਟ ਪੀਰੀਅਡ ਦੇ BCS ਬਾਰੇ ਵੀ ਦੱਸੋ ਜੀ। ਚੰਗਾ ਸਵਾਲ ਹੈ ਤੁਹਾਡਾ ਕਿ ਹੁਣ ਤੱਕ ਆਪਣੀ ਗੱਲ ਹੋ ਰਹੀ ਸੀ ਦੁਧਾਰੂ ਪਸ਼ੂਆਂ ਦੀ। ਇਹ ਚੰਗਾ ਸਵਾਲ ਹੈ ਕਿ ਡਰਾਈ ਜਿਹੜੇ ਪਸ਼ੂ ਦੁੱਧ ਨਹੀਂ ਦੇ ਰਹੇ ਜਾਂ ਦੁੱਧ ਤੋਂ ਹਟਾ ਰਹੇ, ਉਹਨਾਂ ਦਾ BCS ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਜਿਹਦੇ ਵਿੱਚ ਕਈ ਵਾਰੀ ਕਿਸਾਨ ਭਰਾ ਆਪਣੇ ਗਲਤੀ ਕਰ ਦਿੰਦੇ ਆ। ਉਹਨਾਂ ਦੀ ਸੋਚ ਕੀ ਹੁੰਦੀ ਹੈ ਕਿ ਜਦ ਤੱਕ ਦੁੱਧ ਦੇ ਰਿਹਾ ਪਸ਼ੂ, ਉਦੋਂ ਤੱਕ ਉਹਨਾਂ ਦਾ BCS ਘੱਟ ਹੀ ਹੋਊਗਾ। ਜਿਵੇਂ ਇਹ ਪਸ਼ੂ ਦੁੱਧ ਛਡਾਉਂਦੇ ਆ, ਡਰਾਈ ਹੁੰਦਾ, ਉਹਦੇ ਬਾਅਦ ਅਸੀਂ BCS 'ਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ, ਜਿਹੜੇ ਕਿ ਗਲਤ ਚੀਜ਼ ਹੈ। ਉਸ ਟਾਈਮ ਕੀ ਹੋਊਗਾ ਕਿ ਜਦੋਂ ਪਸ਼ੂ ਦੁੱਧ ਨਹੀਂ ਦੇ ਰਿਹਾ, ਜਦੋਂ ਆਪਾਂ ਹਾਈ એનર્ਜੀ ਹਾਈ ਫੈਟ ਵਾਲੀ ਡਾਈਟ ਦੇਵਾਂਗੇ, ਪਸ਼ੂ ਦੇ ਲੀਵਰ 'ਤੇ ਫੈਟ ਜੰਮਣਾ ਸ਼ੁਰੂ ਹੋ ਜਾਂਦੀ, ਜਿਹੜੇ ਕਿ ਫੈਟੀ ਲੀਵਰ ਪਸ਼ੂ ਹੋ ਜਾਂਦਾ। ਇਸ ਕਰਕੇ ਜਿਹੜਾ ਸਹੀ ਤਰੀਕਾ ਹੈ ਉਹ ਹੈ ਕਿ ਜਦੋਂ ਜਿਵੇਂ ਮੈਂ ਦੱਸਿਆ ਕਿ 305 ਦਿਨ ਦਾ ਸੂਆ ਹੁੰਦਾ, ਜਦੋਂ ਸਾਡਾ ਪਸ਼ੂ 200 ਦਿਨ ਹੋ ਗਏ ਉਹਦੇ, ਉਸ ਦਿਨ ਤੋਂ ਹੀ ਸਾਨੂੰ ਜਿਹੜਾ ਉਹਦੇ BCS 'ਤੇ ਕੰਮ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ, ਤਾਂ ਕਿ ਜਦੋਂ ਪਸ਼ੂ ਡਰਾਈ ਹੋ ਰਿਹਾ ਉਸ ਟਾਈਮ ਹੀ ਉਹਦਾ ਜਿਹੜਾ BCS ਹੈ ਲਗਭਗ 3.5 ਦੇ ਆਸ-ਪਾਸ ਹੋਵੇ। ਤੇ ਇਸ ਕਰਕੇ ਡਰਾਈ ਪੀਰੀਅਡ ਦੇ ਦੌਰਾਨ ਉਹ ਜਿਹੜਾ ਆਈਡੀਅਲ BCS ਹੈ ਉਹ 3.5 ਦੇ ਆਸ-ਪਾਸ। ਇਹ ਟ੍ਰਾਂਜੀਸ਼ਨ ਦੀ ਗੱਲ ਕਰੀਏ ਤੇ ਟ੍ਰਾਂਜੀਸ਼ਨ 'ਚ ਪਸ਼ੂਆਂ 'ਚ ਬਹੁਤ ਸਾਰੀ ਚੇਂਜਸ ਆਉਂਦੀਆਂ। ਉਸ ਦੌਰਾਨ ਆਪਾਂ ਨੂੰ ਉਹਦੀ ਡਾਈਟ ਬਹੁਤ ਤਰੀਕੇ ਨਾਲ ਬੈਲੈਂਸ ਕਰਨੀ ਪੈਂਦੀ ਹੈ। ਤਾਂ ਉਸ ਦੌਰਾਨ ਜਿਹੜਾ ਉਹਦਾ BCS ਹੈ ਉਹ 375 ਜਾਂ ਹੱਦ 4 ਦੇ ਆਸ-ਪਾਸ। ਪਰ ਇੱਕ ਚੀਜ਼ ਜਿਹੜੀ ਜ਼ਰੂਰੀ ਦੱਸਣ ਵਾਲੀ ਹੈ ਕਿ 4 ਤੋਂ ਉੱਪਰ ਕਦੇ ਵੀ BCS ਨਹੀਂ ਹੋਣਾ ਚਾਹੀਦਾ। ਆਪਾਂ ਕਈ ਵਾਰੀ ਆਪਣੇ ਕਿਸਾਨ ਭਰਾ ਕਹਿੰਦੇ ਕਿ ਸਾਡੀ ਗਾਂ ਜਾਂ ਮੱਝ ਜਿਹੜੀ ਹੈ ਉਹ ਪੂਰੀ ਮੋਟੀ ਹੋਣੀ ਚਾਹੀਦੀ ਹੈ ਜੀ ਜਦੋਂ ਸੂਣ ਦੇ ਟਾਈਮ, ਪਰ ਉਹ ਜ਼ਿਆਦਾ ਮੋਟਾਪਾਪਣ ਵੀ ਬਹੁਤ ਸਾਰੀਆਂ ਦਿੱਕਤਾਂ ਨੂੰ ਸੱਦਾ ਦਿੰਦਾ, ਜਿਹਦੇ 'ਚ ਪ੍ਰੋਬਲਮ ਜਿਹੜੀ ਆਉਂਦੀ ਹੈ ਕਿ ਪਸ਼ੂ ਨੂੰ ਸੂਣ 'ਚ ਦਿੱਕਤ ਹੋਊਗੀ, ਜੇਰ ਪੈਣ ਦੀ ਸਮੱਸਿਆ ਹੋਊਗੀ। ਕਿਟੋਸਿਸ ਕਿਵੇਂ ਹੋਊਗੀ ਕਿ ਇੱਕ ਰਿਸਰਚ ਦੇ ਰਾਹੀਂ ਸਾਨੂੰ ਪਤਾ ਲੱਗਿਆ ਕਿ ਜਿਹੜੀ ਜ਼ਿਆਦਾ ਮੋਟੀਆਂ ਗਾਵਾਂ ਹੁੰਦੀਆਂ ਜਾਂ ਬਹੁਤ ਪਤਲੀਆਂ ਗਾਵਾਂ ਹੁੰਦੀਆਂ, ਸੁੱਕੀਆਂ ਗਾਵਾਂ ਹੁੰਦੀਆਂ, ਉਹਨਾਂ ਵਿੱਚ ਸੂਣ ਤੋਂ ਬਾਅਦ ਪੱਠੇ ਖਾਣ ਦੀ ਜਾਂ TMR ਖਾਣ ਦੀ ਸ਼ਮਤਾ ਬਹੁਤ ਹੌਲੀ ਵੱਧਦੀ ਹੈ। ਉਹ ਨਾਰਮਲ ਗਾਂ ਤੋਂ ਘੱਟ ਰਾਸ਼ਨ ਖਾਊਗੀ, ਜਿਹੜਾ ਕਿ ਨੈਗੇਟਿਵ એનર્ਜੀ 'ਚ ਜਾਣ 'ਚ ਉਹਦੀ ਜਿਹੜੀ ਚਾਂਸਸ ਹੈ ਉਹ ਜ਼ਿਆਦਾ ਹੋਣਗੇ, ਉਹ ਕਿਟੋਸਿਸ ਵੱਲ ਜ਼ਿਆਦਾ ਜਾਊਗੀ। ਇਸ ਕਰਕੇ ਆਪਾਂ ਨੂੰ ਜ਼ਿਆਦਾ ਮੋਟੀ ਗਾਂ ਵੀ ਨਹੀਂ ਚਾਹੀਦੀ, ਠੀਕ ਹੈ ਨਾ, ਕਿ ਉਹਦਾ BCS ਜਿਹੜਾ 4 ਤੋਂ ਉੱਪਰ ਕਦੇ ਵੀ ਨਾ ਹੋਵੇ। ਬਿਲਕੁਲ, ਤੁਸੀਂ ਵੇਖ ਸਕਦੇ ਹੋ ਕਿ ਕਿਵੇਂ BCS ਦਾ ਜੇ ਤੁਸੀਂ ਧਿਆਨ ਨਹੀਂ ਰੱਖਦੇ ਹੋ ਤੇ ਕਿਹੜੀਆਂ ਸਮੱਸਿਆਵਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਜਿਵੇਂ ਡਾਕਟਰ ਸਾਹਿਬ ਨੇ ਕਿਹਾ, ਹਿਦਾਇਤਾਂ ਨੂੰ ਜਾਂ ਤੁਸੀਂ ਫੋਲੋ ਕਰੋ ਜਾਂ ਕਿਸੇ ਚੰਗੇ ਮਾਹਰ ਤੋਂ ਜਿਹੜੀ ਹੈ ਉਹ ਸਲਾਹ ਜ਼ਰੂਰ ਲਓ। ਤੇ ਇੱਥੇ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਜਿੱਥੇ ਅਸੀਂ ਅਗਾਂਹ-ਵਧੂ ਪਸ਼ੂ ਪਾਲਕ ਨਾਲ ਮੁਲਾਕਾਤ ਕਰਾਂਗੇ, ਉੱਥੇ ਅੱਜ ਦੇ ਵਿਸ਼ੇ ਨਾਲ ਜੁੜੇ ਮੁੱਖ ਪੁਆਇੰਟਸ ਦੇ ਵਿੱਚ ਝਾਤ ਮਾਰਾਂਗੇ। ਤੁਸੀਂ ਵੇਖਦੇ ਰਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 3। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 3। ਤੇ ਅਗਾਂਹ-ਵਧੂ ਪਸ਼ੂ ਪਾਲਕ ਉਹ ਹੁੰਦਾ ਹੈ ਜੋ ਆਪ ਤੇ ਅੱਗੇ ਵੱਧਦਾ ਹੈ, ਬਲਕਿ ਆਪਣੀ ਸੋਚ ਨਾਲ ਬਾਕੀਆਂ ਲਈ ਵੀ ਚਾਨਣ ਮੁਨਾਰਾ ਬਣਦਾ ਹੈ। ਤੇ ਅਜਿਹੇ ਇੱਕ ਪਸ਼ੂ ਪਾਲਕ ਨਾਲ ਕਰਾਉਣੇ ਹਾਂ ਤੁਹਾਡੀ ਮੁਲਾਕਾਤ। ਅਸੀਂ 1990 ਵਿੱਚ ਡੇਅਰੀ ਫਾਰਮ ਦਾ ਜਿਹੜਾ ਕੰਮ ਸ਼ੁਰੂ ਕੀਤਾ ਸੀ ਇੱਕ ਗਾਂ ਤੋਂ।
ਤੇ ਹੌਲੀ ਹੌਲੀ ਅਸੀਂ ਇਹਨਾਂ ਨੂੰ ਮਤਲਬ ਉਹ ਐਨੀਮਲ ਤੋਂ ਸਾਡੇ ਐਨੀਮਲ ਵੱਧਦੇ ਗਏ। ਸ਼ੁਰੂ 'ਚ ਸਾਨੂੰ ਪ੍ਰੋਬਲਮ ਵੀ ਬਹੁਤ ਆਈਆਂ, ਪਰ ਅਸੀਂ ਮਿਹਨਤ ਦਿਨ ਪਰ ਰਾਤ ਕਰੀ ਗਏ। 2007 ਦੇ ਵਿੱਚ ਅਸੀਂ ਇਹ ਸ਼ੈੱਡ ਬਣਾ ਲਿਆ ਸੀਗਾ ਜੀ। ਇਸ ਤੋਂ ਬਾਅਦ 'ਚ ਹੁਣ ਸਾਡੇ ਕੋਲੇ 110 ਐਨੀਮਲ ਹੈ ਜੀ। ਮੈਨੂੰ ਵੀ ਜ਼ਿਆਦਾ ਸ਼ੌਂਕ ਹੈ ਜੀ ਡੇਅਰੀ ਫਾਰਮਿੰਗ ਦਾ, ਉਹਦੇ ਕਰਕੇ ਤੇ ਮੈਂ ਜਿਹੜਾ BCS ਬਾਰੇ ਜੀ ਥੋੜ੍ਹੀ ਜਿਹੀ ਨੌਲੇਜ ਜ਼ਿਆਦਾ ਰੱਖਦਾ ਵਾਂ। ਤੇ ਉਹਦੇ 'ਚ ਹੀ ਆਪਣੇ ਫਾਰਮ 'ਤੇ ਜਿਹੜਾ 2.5 ਤੋਂ BCS ਕਿਸੇ ਵੀ ਗਾਂ ਦਾ ਘੱਟ ਨਹੀਂ ਗਾ। ਅਸੀਂ ਹਰ ਅਲੱਗ-ਅਲੱਗ ਪੋਰਸ਼ਨ ਬਣਾਏ ਹੋਏ ਆ। ਡਰਾਈ ਗਾਈਆਂ ਅਲੱਗ ਆ, ਟ੍ਰਾਂਜੀਸ਼ਨ ਅਲੱਗ ਆ, ਮਿਲਕਿੰਗ ਵਾਲੀ ਅਲੱਗ ਆ, ਤੇ ਹੀਫਰ ਸਾਡ ਆ ਜੀ। ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਵੀ ਆਪਣੇ ਫਾਰਮ 'ਤੇ BCS ਦਾ ਜਿਹੜਾ ਵਾ ਉਹ ਜ਼ਿਆਦਾ ਤੋਂ ਜ਼ਿਆਦਾ ਖਿਆਲ ਰੱਖਿਆ ਕਰੋ, ਕਿਉਂਕਿ BCS ਨਾਲ ਹੀ ਹਰੇਕ ਚੀਜ਼ ਜੁੜੀ ਆ। ਜੇ ਆਪਾਂ ਉਹਨਾਂ ਨੂੰ ਚੰਗੀ ਖਾਦ ਖੁਰਾਕ ਪਾਵਾਂਗੇ ਅਤੇ ਉਹਨਾਂ ਦਾ BCS ਮੇਨਟੇਨ ਰੱਖਾਂਗੇ ਤਾਂ ਆਪਣਾ ਪ੍ਰੋਫਿਟ ਆ ਜਿਹੜਾ ਵਧੀਆ ਬਣਿਆ ਰਹੂਗਾ। BCS ਮੇਨਟੇਨ ਰਹੂਗਾ, ਆਪਣਾ ਇੱਕ ਸਫਲ ਡੇਅਰੀ ਫਾਰਮ ਬਣ ਸਕਦਾ ਜੀ। ਇਸੇ ਤਰ੍ਹਾਂ ਅੱਗੇ ਵਧਦੇ ਰਹੋ, ਸਾਡੀ ਇਹੋ ਦੁਆ ਹੈ। ਤੇ ਇੱਥੇ ਵੇਲਾ ਹੁਣ ਉਹਨਾਂ ਮੁੱਖ ਪੁਆਇੰਟਸ 'ਤੇ ਝਾਤ ਮਾਰਨ ਦਾ ਹੈ ਜੋ ਅੱਜ ਦੇ ਵਿਸ਼ੇ ਨਾਲ ਜੁੜੇ ਨੇ ਕਿ BCS ਦੀ ਮਹੱਤਤਾ ਡੇਅਰੀ ਪਸ਼ੂਆਂ ਵਿੱਚ। ਆਓ ਵੇਖਦੇ ਹਾਂ ਇਸ ਨਾਲ ਜੁੜੇ ਮੁੱਖ ਪੁਆਇੰਟਸ। ਇਹਨਾਂ ਗੱਲਾਂ ਦਾ ਵੀ ਤੁਸੀਂ ਖਾਸ ਤੌਰ ਤੇ ਰੱਖਿਓ ਧਿਆਨ। ਤੇ ਡਾਕਟਰ ਸਾਹਿਬ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ। ਬਹੁਤ ਧੰਨਵਾਦ ਜੀ। ਤੇ ਅਗਲੇ ਹਫਤੇ ਦਾ ਸਾਡਾ ਵਿਸ਼ਾ ਹੈ ਲੰਪੀ ਚਮੜੀ ਰੋਗ, ਜਿਸ ਬਾਰੇ ਜੋ ਵੀ ਤੁਹਾਡੇ ਸਵਾਲ ਨੇ, ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ ਜੋ ਕਿ ਹੈ 8699037369, ਇਸ ਉੱਤੇ ਤੁਸੀਂ ਮਿਸਡ ਕਾਲ ਕਰਨੀ ਜਾਂ WhatsApp ਕਰਨਾ ਹੈ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ ਅਤੇ ਲੰਪੀ ਚਮੜੀ ਰੋਗ ਬਾਰੇ ਤੁਹਾਡੇ ਸਵਾਲ ਜਿਹੜੇ ਉਹ ਜਾਣੇਗੀ। ਫਿਲਹਾਲ ਆਪਣਾ ਤੇ ਆਪਣਿਆਂ ਦਾ ਤੇ ਖਾਸ ਤੌਰ ਤੇ ਆਪਣੇ ਪਸ਼ੂਆਂ ਦਾ ਧਿਆਨ ਚੰਗੀ ਤਰ੍ਹਾਂ ਰੱਖਿਓ। ਦਿਓ ਇਜਾਜ਼ਤ, ਰੱਬ ਰਾਖਾ।